हेलो फ्रेंड्स, वेलकम टू माय चैनल स्टडी विद गुरप्रीत। आज हम पढ़ेंगे क्लास 10th की इंग्लिश की बुक का चैप्टर नंबर 1, अ लेटर टू गॉड। द हाउस, द ओनली वन इन द इंटायर वैली, सेट ऑन द क्रेस्ट ऑफ अ लो हिल। स्टोरी ਦੀ ਸਟਾਰਟਿੰਗ ਦੇ ਵਿੱਚ ਇੱਕ ਹਾਊਸ ਦੀ ਗੱਲ ਕੀਤੀ ਗਈ ਹੈ ਜੋ ਕਿ ਪੂਰੀ ਵੈਲੀ ਦੇ ਵਿੱਚ ਇਕਲੌਤਾ ਘਰ ਹੈ ਔਰ ਉਹ ਕਿਸੇ ਛੋਟੀ ਪਹਾੜੀ ਦੇ ਬਿਲਕੁਲ ਟੌਪ ਦੇ ਉੱਤੇ ਹੈ। From this height one could see the river and the field of ripe corn dotted with the flowers। और उस हाइट ਤੇ ਖੜ ਕੇ ਅਸੀਂ ਰਿਵਰ ਔਰ ਮੱਕੀ ਦੇ ਖੇਤ ਨੂੰ ਦੇਖ ਸਕਦੇ ਹਾਂ ਜੋ ਕਿ ਪੂਰੀ ਤਰ੍ਹਾਂ ਫਲਾਵਰਸ ਦੇ ਨਾਲ ਭਰਿਆ ਹੋਇਆ ਹੈ। That always promised a good harvest। ਔਰ ਉਹਨਾਂ ਫਲਾਵਰਸ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਵਾਰ ਜੋ ਫਸਲ ਹੋਵੇਗੀ ਉਹ ਬਹੁਤ ਹੀ ਜ਼ਿਆਦਾ ਵਧੀਆ ਹੋਵੇਗੀ। The only thing the earth needed was a downpour or at least a shower। ਡਾਊਨਪੋਰ ਦਾ ਮੀਨਿੰਗ ਹੁੰਦਾ ਹੈ ਥੋੜ੍ਹੀ ਜਿਹੀ ਬਾਰਿਸ਼। ਜੋ ਚੀਜ਼ ਅਰਥ ਨੂੰ ਚਾਹੀਦੀ ਹੈ ਉਹ ਹੈ ਥੋੜ੍ਹੀ ਜਿਹੀ ਬਾਰਿਸ਼। ਥਰੂ ਆਊਟ ਦ ਮੋਰਨਿੰਗ ਲੈਂਚੋ, who knew his field intimately, had done nothing else but see the sky toward the north east। ਜੋ ਲੈਂਚੋ ਹੈ ਉਹ ਇੱਕ ਫਾਰਮਰ ਹੈ। ਉਹ ਮਾਰਨਿੰਗ ਤੋਂ ਹੀ ਆਪਣੇ ਖੇਤਾਂ ਦੇ ਵਿੱਚ ਆਇਆ ਹੋਇਆ ਹੈ ਔਰ ਸਵੇਰ ਤੋਂ ਆਸਮਾਨ ਦੇ ਵੱਲ ਦੇਖ ਰਿਹਾ ਹੈ। ਨਾਓ ਵੀ ਆਰ ਰੀਅਲੀ ਗੋਇੰਗ ਟੂ ਗੈਟ ਸਮ ਵਾਟਰ ਵੂਮਨ। ਉਹ ਆਪਣੀ ਵਾਈਫ ਨੂੰ ਕਹਿੰਦਾ ਮੈਨੂੰ ਲੱਗਦਾ ਹੈ ਕਿ ਹੁਣ ਥੋੜ੍ਹੀ ਜਿਹੀ ਬਾਰਿਸ਼ ਹੋ ਸਕਦੀ ਹੈ ਔਰ ਆਪਣੇ ਖੇਤਾਂ ਨੂੰ ਪਾਣੀ ਮਿਲ ਸਕਦਾ। ਦ ਵੂਮਨ ਹੂ ਵਾਸ ਪ੍ਰੀਪੇਅਰਿੰਗ ਸਪਰ ਰਿਪਲਾਈਡ ਯੈਸ, ਗੋਡ ਵਿਲਿੰਗ। ਔਰ ਉਸਦੀ ਵਾਈਫ ਜਵਾਬ ਦਿੰਦੀ ਹੈ ਕਿ ਹਾਂ, ਅਗਰ ਭਗਵਾਨ ਦੀ ਇੱਛਾ ਹੋਈ। ਉਹ ਉਸ ਟਾਈਮ 'ਤੇ ਰਾਤ ਦਾ ਖਾਣਾ ਬਣਾ ਰਹੀ ਹੁੰਦੀ ਹੈ। ਸਪਰ ਦਾ ਮੀਨਿੰਗ ਹੁੰਦਾ ਡਿਨਰ। The older boys were working in the field while the smaller ones were playing near the house। ਜਿਹੜੇ ਉਹਨਾਂ ਦੇ ਬੜੇ ਬੱਚੇ ਹੁੰਦੇ ਨੇ ਉਹ ਖੇਤਾਂ ਦੇ ਵਿੱਚ ਕੰਮ ਕਰ ਰਹੇ ਹੁੰਦੇ ਨੇ ਔਰ ਜੋ ਛੋਟੇ ਹੁੰਦੇ ਆ ਉਹ ਘਰ ਦੇ ਨੇੜੇ ਹੀ ਖੇਡ ਰਹੇ ਹੁੰਦੇ ਨੇ। Until the woman called to them all come for dinner। ਉਹ ਉਸ ਟਾਈਮ ਤੱਕ ਖੇਡਦੇ ਰਹਿੰਦੇ ਨੇ ਜਦੋਂ ਤੱਕ ਉਹਨਾਂ ਦੀ ਜਿਹੜੀ ਮਦਰ ਹੈ ਉਹ ਉਹਨਾਂ ਨੂੰ ਖਾਣੇ ਦੇ ਲਈ ਨਹੀਂ ਬੁਲਾ ਲੈਂਦੀ। It was during the meal that just as Lancho had predicted, ਬਿਗ ਡ੍ਰੌਪਸ ਆਫ ਰੇਨ ਬਿਗਨ ਟੂ ਫਾਲ। ਜਿਵੇਂ ਲੈਂਚੋ ਨੇ ਸੋਚਿਆ ਸੀ ਕਿ ਅੱਜ ਬਾਰਿਸ਼ ਹੋ ਸਕਦੀ ਹੈ, ਜਦੋਂ ਖਾਣਾ ਖਾਣ ਲੱਗਦੇ ਨੇ ਬਾਰਿਸ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਇਨ ਦ ਨਾਰਥ ਈਸਟ ਹਿਊਜ ਮਾਊਂਟੇਨਸ ਆਫ ਕਲਾਊਡਸ ਕੁਡ ਬੀ ਸੀਨ ਅਪਰੋਚਿੰਗ। ਨਾਰਥ ਈਸਟ ਦੇ ਵੱਲੋਂ ਥੋੜ੍ਹੇ ਜਿਹੇ ਬਾਦਲ ਇਸ ਤਰਫ ਆਉਂਦੇ ਹੋਏ ਦਿਖ ਰਹੇ ਸੀ। ਦ ਏਅਰ ਵਾਸ ਫਰੈਸ਼ ਐਂਡ ਸਵੀਟ। ਔਰ ਜੋ ਹਵਾ ਸੀ ਉਹ ਬਹੁਤ ਹੀ ਤਾਜ਼ੀ ਅਤੇ ਠੰਡੀ ਠੰਡੀ ਚੱਲ ਰਹੀ ਸੀ। The man went out for no other reason than to have the pleasure of feeling the rain on his body। ਜੋ ਲੈਂਚੋ ਹੈ ਉਹ ਆਪਣੇ ਘਰ ਤੋਂ ਬਾਹਰ ਨਿਕਲਦਾ ਹੈ ਤਾਂ ਕਿ ਉਹ ਰੇਨ ਦਾ ਮਜ਼ਾ ਲੈ ਸਕੇ। ਐਂਡ ਵੈਨ ਹੀ ਰਿਟਰਨਡ ਹੀ ਐਕਸਕਲੇਮਡ। ਔਰ ਉਹ ਜਦੋਂ ਵਾਪਿਸ ਆਉਂਦਾ ਤਾਂ ਕਹਿੰਦਾ these are not raindrops falling from the sky। ਉਹ ਕਹਿੰਦਾ ਇਹ ਬਾਰਿਸ਼ ਦੀਆਂ ਬੂੰਦਾਂ ਨਹੀਂ ਨੇ ਜੋ ਗਿਰ ਰਹੀਆਂ ਨੇ। they are new coins। ਇਹ ਨਵੇਂ ਸਿੱਕੇ ਨੇ। The big drops are 10 cent pieces and the little one are 5। ਉਹ ਕਹਿੰਦਾ ਕਿ ਜਿਹੜੀ ਬੜੀਆਂ ਬੂੰਦਾਂ ਨੇ ਉਹ 10 cent pieces ਨੇ ਔਰ ਜੋ ਛੋਟੀਆਂ ਨੇ ਉਹ 5। With a satisfied expression he regarded the field of ripe corn with its flower draped in a curtain of rain। ਲੈਂਚੋ ਦੇ ਫੇਸ ਦੇ ਉੱਤੇ ਇੱਕ ਬਹੁਤ ਹੀ ਸੈਟਿਸਫੈਕਸ਼ਨ ਦਿਖਾਈ ਦਿੰਦੀ ਹੈ ਔਰ ਉਹ ਦੱਸਦਾ ਹੈ ਕਿ ਜਿਹੜੇ ਫਲਾਵਰਸ ਨੇ ਉਹ ਇੱਕਦਮ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ। But suddenly a strong wind began to blow, and along with the rain very large hailstones began to fall। और ਇਹ ਕਹਿੰਦੇ ਸਾਰੇ ਹੀ ਬਹੁਤ ਤੇਜ਼ ਤੂਫਾਨ ਦੀ ਤਰ੍ਹਾਂ ਹਵਾ ਚੱਲਣ ਲੱਗ ਜਾਂਦੀ ਹੈ ਔਰ ਬਾਰਿਸ਼ ਦੇ ਨਾਲ ਨਾਲ ਥੋੜ੍ਹੀ ਥੋੜ੍ਹੀ ਬਰਫ਼ ਵੀ ਗਿਰਨ ਲੱਗ ਜਾਂਦੀ ਹੈ। ਹੇਲਸਟੋਨ ਦਾ ਮੀਨਿੰਗ ਹੁੰਦਾ ਔਲੇ ਪੈਣਾ। These truly did resemble new silver coins। ਉਹ ਕਹਿੰਦਾ ਇਹ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਚਾਂਦੀ ਦੇ ਨਵੇਂ ਸਿੱਕੇ ਹੋਣ। The boys exposing themselves to the rain। ਜਿਹੜੇ ਉਹਨਾਂ ਦੇ ਲੜਕੇ ਹੁੰਦੇ ਨੇ ਉਹ ਵੀ ਬਾਹਰ ਬਾਰਿਸ਼ ਦੇ ਵਿੱਚ ਚਲੇ ਜਾਂਦੇ ਨੇ। Ran out to collect the frozen pearls। ਉਹ ਉੱਥੇ ਜਾ ਕੇ ਮੋਤੀਆਂ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਨੇ। ਇੱਥੇ ਮੋਤੀ ਹੈ ਜੋ ਉਹਨਾਂ ਨੂੰ ਹੇਲਸਟੋਨ ਨਾਲ ਕੰਪੇਅਰ ਕੀਤਾ ਗਿਆ। It's really getting bad now exclaimed the man। ਫਿਰ ਲੈਂਚੋ ਕਹਿੰਦਾ ਕਿ ਹੁਣ ਮੌਸਮ ਥੋੜ੍ਹਾ ਖਰਾਬ ਹੋਣ ਲੱਗ ਗਿਆ ਹੈ। I hope it passes quickly। ਉਹ ਕਹਿੰਦਾ ਮੈਂ ਸੋਚਦਾ ਹਾਂ ਕਿ ਇਹ ਖਰਾਬ ਮੌਸਮ ਛੇਤੀ ਹੀ ਟਲ ਜਾਵੇ। ਇਟ ਡਿਡ ਨਾਟ ਪਾਸ ਕੁਇਕਲੀ। ਪਰ ਮੌਸਮ ਇੰਨੀ ਛੇਤੀ ਨਹੀਂ ਲੰਘਿਆ। ਫॉर ਐਨ ਆਰ ਦ ਹੇਲ ਰੇਨਡ ਔਨ ਦ ਹਾਊਸ, ਦ ਗਾਰਡਨ, ਦ ਹਿਲ ਸਾਈਡ, ਦ ਕੌਰਨ ਫੀਲਡ, ਔਨ ਦ ਹੋਲ ਵੈਲੀ।
1 ਘੰਟੇ ਤੱਕ ਜੋ ਬਰਫ਼ ਹੈ ਉਹ ਗਾਰਡਨ ਦੇ ਵਿੱਚ, ਖੇਤਾਂ ਦੇ ਵਿੱਚ, ਵੈਲੀ ਦੇ ਵਿੱਚ ਹਰ ਜਗ੍ਹਾ ਪੈਂਦੀ ਰਹੀ। ਦ ਫੀਲਡ ਵਾਸ ਵਾਈਟ ਐਜ਼ ਇਫ ਕਵਰਡ ਵਿਦ ਸੌਲਟ। ਔਰ ਬਰਫ਼ ਦੇ ਕਾਰਨ ਪੂਰਾ ਖੇਤ ਵਾਈਟ ਦਿਖਾਈ ਦੇ ਰਿਹਾ ਸੀ, ਜਿਵੇਂ ਕਿ ਕਿਸੇ ਨੇ ਉੱਥੇ ਨਮਕ ਗੇਰ ਦਿੱਤਾ ਹੋਵੇ। ਨੋਟ ਅ ਲੀਫ ਰਿਮੇਨਡ ਔਨ ਦ ਟਰੀਜ਼ ਦੇ ਉੱਤੋਂ ਪੱਤੇ ਵੀ ਝੜ ਚੁੱਕੇ ਸਨ। ਦ ਕੌਰਨ ਵਾਸ ਟੋਟਲੀ ਡਿਸਟਰੋਇਡ। ਜੋ ਮੱਕੀ ਸੀ ਉਹ ਵੀ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਸੀ। ਦ ਫਲਾਵਰਸ ਵਰ ਗੋਨ ਫਰੋਮ ਦ ਪਲਾਂਟਸ। ਪੌਦਿਆਂ ਤੋਂ ਫੁੱਲ ਵੀ ਝੜ ਚੁੱਕੇ ਸੀ। ਲੈਂਚੋ ਸਾਊਲ ਵਾਸ ਫਿਲਡ ਵਿਦ ਸੈਡਨੈਸ। ਜੋ ਲੈਂਚੋ ਦੀ ਆਤਮਾ ਹੈ ਉਹ ਪੂਰੀ ਤਰ੍ਹਾਂ ਦੁਖੀ ਹੋ ਚੁੱਕੀ ਸੀ। ਵੈਨ ਦ ਸਟੋਰਮ ਹੈਡ ਪਾਸਡ ਹੀ ਸਟੂਡ ਇਨ ਦ ਮਿਡਲ ਆਫ ਦ ਫੀਲਡ। ਔਰ ਜਦੋਂ ਤੂਫਾਨ ਰੁਕਿਆ ਤਾਂ ਲੈਂਚੋ ਜਾ ਕੇ ਆਪਣੇ ਖੇਤਾਂ ਦੇ ਸੈਂਟਰ ਦੇ ਵਿੱਚ ਖੜ ਗਿਆ। ਐਂਡ ਸੈਡ ਟੂ ਹਿਸ ਸਨਸ, ਔਰ ਆਪਣੇ ਬੱਚਿਆਂ ਨੂੰ ਕਹਿੰਦਾ, ਅ ਪਲੇਗ ਆਫ ਲੋਕਸਟਸ ਵੁੱਡ ਹੈਵ ਲੈਫਟ ਮੋਰ ਦੈਨ ਦਿਸ। ਲੋਕਸਟਸ ਦਾ ਮੀਨਿੰਗ ਹੁੰਦਾ ਹੈ ਕੀੜੇ ਮਕੌੜੇ, ਜੋ ਕਿ ਬਹੁਤ ਬੜੇ ਗਰੁੱਪ ਦੇ ਵਿੱਚ ਆਉਂਦੇ ਨੇ ਔਰ ਫਸਲ ਨੂੰ ਖਰਾਬ ਕਰ ਦਿੰਦੇ ਨੇ। ਉਹ ਕਹਿੰਦਾ ਅਗਰ ਉਹ ਲੋਕਸਟਸ ਆਉਂਦੇ ਤਾਂ ਇੰਨਾ ਜ਼ਿਆਦਾ ਨੁਕਸਾਨ ਨਹੀਂ ਹੋਣਾ ਸੀ ਜਿੰਨਾ ਕਿ ਤੂਫਾਨ ਨਾਲ ਹੋ ਗਿਆ ਹੈ। ਦ ਹੇਲ ਹੈਜ਼ ਲੈਫਟ ਨਥਿੰਗ। ਬਰਫ਼ ਪੈਣ ਦੇ ਕਾਰਨ ਕੁਝ ਵੀ ਨਹੀਂ ਬਚਿਆ। ਦਿਸ ਈਅਰ ਵੀ ਵਿਲ ਹੈਵ ਨੋ ਕੌਰਨ। ਇਸ ਸਾਲ ਸਾਨੂੰ ਬਿਲਕੁਲ ਮੱਕੀ ਨਹੀਂ ਮਿਲੇਗੀ। ਦੈਟ ਨਾਈਟ ਵਾਜ਼ ਅ ਸੋਰੋਫੁਲ ਵਨ। ਔਰ ਉਹ ਜਿਹੜੀ ਰਾਤ ਸੀ ਉਹ ਬਹੁਤ ਹੀ ਦੁੱਖ ਭਰੀ ਰਾਤ ਸੀ। ਆਲ ਆਰ ਵਰਕ ਫॉर ਨਥਿੰਗ। ਅਸੀਂ ਸਾਰਿਆਂ ਨੇ ਕੰਮ ਤਾਂ ਬਹੁਤ ਕੀਤਾ ਪਰ ਸਾਨੂੰ ਮਿਲਿਆ ਕੁਝ ਨਹੀਂ। ਦੇਅਰ ਇਜ਼ ਨੋ ਵਨ ਹੂ ਕੈਨ ਹੈਲਪ ਅਸ। ਇਸ ਟਾਈਮ ਉੱਥੇ ਅਜਿਹਾ ਕੋਈ ਵੀ ਨਹੀਂ ਸੀ ਜੋ ਕਿ ਸਾਡੀ ਮਦਦ ਕਰ ਸਕੇ। ਵੀ ਵਿਲ ਆਲ ਗੋ ਹੰਗਰੀ ਦਿਸ ਈਅਰ। ਸਾਨੂੰ ਸਾਰਿਆਂ ਨੂੰ ਇਸ ਸਾਲ ਭੁੱਖੇ ਰਹਿਣਾ ਪਵੇਗਾ। ਬਟ in the hearts of all who lived in that solitary house in the middle of the valley, ਜਿੰਨੇ ਵੀ ਮੈਂਬਰ ਉਸ ਘਰ ਦੇ ਵਿੱਚ ਰਹਿੰਦੇ ਸੀ ਉਹਨਾਂ ਦੇ ਦਿਲ ਵਿੱਚ ਇੱਕ ਗੱਲ ਸੀ। there was a single hope, help from God। ਉਹਨਾਂ ਸਾਰਿਆਂ ਦੇ ਮਨਾਂ ਦੇ ਵਿੱਚ ਇੱਕ ਉਮੀਦ ਸੀ ਕਿ ਹਾਂ ਹੁਣ ਭਗਵਾਨ ਹੀ ਉਹਨਾਂ ਦੀ ਮਦਦ ਕਰ ਸਕਦਾ ਹੈ। don't be so upset। ਉਹਨਾਂ ਵਿੱਚੋਂ ਇੱਕ ਕਹਿੰਦਾ ਇੰਨੇ ਦੁਖੀ ਨਾ ਹੋਵੋ। even though this seems like a total loss। ਮੈਂ ਜਾਣਦਾ ਹਾਂ ਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ। ਰਿਮੈਂਬਰ no one dies of hunger। ਉਹ ਕਹਿੰਦਾ ਯਾਦ ਰੱਖੋ ਕਿ ਭੁੱਖ ਦੇ ਨਾਲ ਕੋਈ ਵੀ ਨਹੀਂ ਮਰਦਾ। that's what they say, no one dies of hunger। ਹਾਂ, ਭੁੱਖ ਦੇ ਨਾਲ ਕੋਈ ਨਹੀਂ ਮਰਦਾ। all through the night ਲੈਂਚੋ thought only of his one hope। ਸਾਰੀ ਰਾਤ ਲੈਂਚੋ ਉਸ ਉਮੀਦ ਦੇ ਬਾਰੇ ਸੋਚਦਾ ਰਿਹਾ। the help of God, whose eyes as he had been instructed see everything, even what is deep in one's conscience। ਉਹ ਸੋਚਦਾ ਰਿਹਾ ਕਿ ਭਗਵਾਨ ਤਾਂ ਸਭ ਕੁਝ ਦੇਖ ਰਿਹਾ ਹੈ ਔਰ ਭਗਵਾਨ ਇਹ ਵੀ ਜਾਣਦਾ ਹੈ ਕਿ ਕਿਸ ਦੇ ਮਨ ਵਿੱਚ ਕੀ ਚੱਲ ਰਿਹਾ ਹੈ। ਲੈਂਚੋ ਵਾਜ਼ ਐਨ ਔਕਸ ਆਫ ਅ ਮੈਨ ਵਰਕਿੰਗ ਲਾਈਕ ਐਨ ਐਨੀਮਲ ਇਨ ਦ ਫੀਲਡ। ਔਕਸ ਆਫ ਅ ਮੈਨ ਦਾ ਮਤਲਬ ਹੈ ਬਹੁਤ ਹੀ ਜ਼ਿਆਦਾ ਹਾਰਡ ਵਰਕਿੰਗ। ਲੈਂਚੋ ਬਹੁਤ ਹੀ ਜ਼ਿਆਦਾ ਹਾਰਡ ਵਰਕਿੰਗ ਪਰਸਨ ਸੀ। ਉਹ ਸਾਰਾ ਦਿਨ ਆਪਣੇ ਖੇਤਾਂ ਦੇ ਵਿੱਚ ਮਿਹਨਤ ਕਰਦਾ ਰਹਿੰਦਾ ਸੀ। ਉਹ ਜਿਵੇਂ ਜਾਨਵਰ ਹੈ ਨਾ ਬਹੁਤ ਜ਼ਿਆਦਾ ਕੰਮ ਕਰਦੇ ਨੇ, ਉਹ ਵੀ ਉਸੇ ਤਰ੍ਹਾਂ ਸਾਰਾ ਦਿਨ ਖੇਤਾਂ ਦੇ ਵਿੱਚ ਕੰਮ ਕਰਕੇ ਬਹੁਤ ਜ਼ਿਆਦਾ ਮਿਹਨਤ ਕਰਦਾ ਸੀ। ਬਟ ਸਟਿਲ ਹੀ ਨਿਊ ਹਾਊ ਟੂ ਰਾਈਟ। ਪਰ ਉਸਨੂੰ ਪਤਾ ਸੀ ਕਿ ਪੜ੍ਹਨਾ ਲਿਖਣਾ ਕਿਵੇਂ। ਉਸਨੂੰ ਲਿਖਣਾ ਵੀ ਆਉਂਦਾ ਸੀ। ਦ ਫੋਲੋਇੰਗ ਸੰਡੇ ਐਟ ਡੇ ਬ੍ਰੇਕ। ਸੰਡੇ ਨੂੰ ਮਾਰਨਿੰਗ ਦੇ ਵਿੱਚ ਹੀ ਬਿਗੇਨ ਟੂ ਰਾਈਟ ਅ ਲੈਟਰ ਵਿਚ ਹੀ ਹਿਮਸੈਲਫ ਵੁੱਡ ਕੈਰੀ ਟੂ ਟਾਊਨ। ਉਹ ਸੋਚਦਾ ਕਿ ਉਹ ਇੱਕ ਲੈਟਰ ਲਿਖੇਗਾ ਔਰ ਉਸਨੂੰ ਟਾਊਨ ਦੇ ਵਿੱਚ ਲੈ ਜਾਏਗਾ ਐਂਡ ਪਲੇਸ ਇਨ ਦ ਮੇਲ, ਔਰ ਉਸਨੂੰ ਮੇਲ ਕਰ ਦੇਗਾ। ਇਟ ਵਾਸ ਨਥਿੰਗ ਲੈਸ ਦੈਨ ਅ ਲੈਟਰ ਟੂ ਗੋਡ। ਇਹ ਕੁਝ ਹੋਰ ਨਹੀਂ ਸੀ, ਇਹ ਸੀ ਭਗਵਾਨ ਨੂੰ ਲਿਖਿਆ ਹੋਇਆ ਲੈਟਰ। God, he wrote, if you don't help me, my family and I will go hungry this year। ਭਗਵਾਨ ਅਗਰ ਤੂੰ ਮੇਰੀ ਮਦਦ ਨਹੀਂ ਕੀਤੀ ਤਾਂ ਮੈਂ ਔਰ ਮੇਰੀ ਫੈਮਿਲੀ ਇਸ ਸਾਲ ਭੁੱਖੇ ਰਵਾਂਗੇ। I need 100 pesos in order to sow my field again and to live until the crop comes because the hailstorm। ਤਾਂ ਲੈਂਚੋ ਲਿਖਦਾ ਹੈ ਕਿ ਮੈਨੂੰ 100 ਪੈਸੋਸ ਦੀ ਲੋੜ ਹੈ ਤਾਂ ਕਿ ਮੈਂ ਫਸਲ ਦੁਬਾਰਾ ਤੋਂ ਉਗਾ ਸਕਾਂ ਔਰ ਜਦੋਂ ਤੱਕ ਉਹ ਫਸਲ ਨਹੀਂ ਆ ਜਾਂਦੀ ਉਦੋਂ ਤੱਕ ਆਪਣੀ ਫੈਮਿਲੀ ਦਾ ਧਿਆਨ ਰੱਖ ਸਕਾਂ, ਕਿਉਂਕਿ ਹੇਲਸਟੋਰਮ ਦੇ ਕਾਰਨ ਮੇਰੀ ਫਸਲ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ। ਹੀ ਰੋਟ ਟੂ ਗੋਡ ਔਨ ਦ ਐਨਵਲਪ। ਉਹ ਐਨਵਲਪ ਦੇ ਉੱਪਰ ਲਿਖ ਦਿੰਦਾ ਟੂ ਗੋਡ, ਪੁੱਟ ਦ ਲੈਟਰ ਇਨਸਾਈਡ ਐਂਡ ਸਟਿਲ ਟਰਬਲ ਵੈਂਟ ਟੂ ਟਾਊਨ। ਔਰ ਲੈਟਰ ਨੂੰ ਐਨਵਲਪ ਦੇ ਵਿੱਚ ਪਾਉਂਦਾ ਔਰ ਟਾਊਨ ਦੇ ਵੱਲ ਨੂੰ ਚੱਲਣਾ ਸ਼ੁਰੂ ਕਰ ਦਿੰਦਾ। ਐਟ ਦ ਪੋਸਟ ਆਫਿਸ ਹੀ ਪਲੇਸ ਦ ਸਟੈਂਪ ਔਨ ਦ ਲੈਟਰ। ਔਰ ਪੋਸਟ ਆਫਿਸ ਪਹੁੰਚ ਕੇ ਉਹ ਉਸਦੇ ਉੱਤੇ ਸਟੈਂਪ ਲਗਾ ਦਿੰਦਾ ਐਂਡ ਡਰੋਪ ਇਟ ਇਨਟੂ ਦ ਮੇਲ ਬਾਕਸ। ਔਰ ਉਸ ਤੋਂ ਬਾਅਦ ਉਹ ਲੈਟਰ ਨੂੰ ਮੇਲ ਬਾਕਸ ਦੇ ਵਿੱਚ ਪਾ ਦਿੰਦਾ। ਵਨ ਆਫ ਦ ਇੰਪਲੋਇਜ਼ ਹੂ ਵਾਜ਼ ਅ postman and also helped at the post office went to his boss
laughing heartily, and showed him the letter to God. ਪੋਸਟ ਆਫਿਸ ਦੇ ਵਿੱਚ ਬਹੁਤ ਜ਼ਿਆਦਾ ਇੰਪਲੋਇਜ਼ ਕੰਮ ਕਰਦੇ ਨੇ ਔਰ ਉਹਨਾਂ ਵਿੱਚ ਇੱਕ ਹੁੰਦਾ ਪੋਸਟਮੈਨ ਜੋ ਕਿ ਸਾਰਿਆਂ ਦੀ ਹੈਲਪ ਕਰਦਾ ਪੋਸਟ ਆਫਿਸ ਦੇ ਵਿੱਚ। ਉਹ ਹੱਸਦਾ ਹੋਇਆ ਆਪਣੇ ਬੌਸ ਦੇ ਕੋਲ ਜਾਂਦਾ ਅਤੇ ਉਹਨਾਂ ਨੂੰ ਦਿਖਾਉਂਦਾ ਕਿ ਕਿਸੇ ਨੇ ਗੋਡ ਨੂੰ ਲੈਟਰ ਲਿਖਿਆ। ਨੈਵਰ ਇਨ ਹਿਸ ਕਰੀਅਰ ਐਜ਼ ਅ ਪੋਸਟਮੈਨ ਹੈਡ ਹੀ ਨੋਨ ਦੈਟ ਐਡਰੈਸ। ਉਹ ਕਹਿੰਦਾ ਜਦੋਂ ਦਾ ਮੈਂ ਕੰਮ ਕਰਨਾ ਸ਼ੁਰੂ ਕੀਤਾ ਹੈ ਮੈਂ ਕਦੇ ਵੀ ਅਜਿਹਾ ਐਡਰੈਸ ਨਹੀਂ ਦੇਖਿਆ। ਦ ਪੋਸਟ ਮਾਸਟਰ ਅ ਫੈਟ ਐਮੀਏਬਲ ਫੈਲੋ ਆਲਸੋ ਬ੍ਰੋਕ ਆਊਟ ਲਾਫਿੰਗ। ਤਾਂ ਉਹ ਦੱਸਿਆ ਗਿਆ ਹੈ ਕਿ ਪੋਸਟਮੈਨ ਜਿਸ ਦੇ ਨਾਲ ਗੱਲ ਕਰਦਾ ਹੈ ਉਹ ਹੁੰਦਾ ਪੋਸਟ ਮਾਸਟਰ ਔਰ ਪੋਸਟ ਮਾਸਟਰ ਦੇਖਣ ਦੇ ਵਿੱਚ ਥੋੜ੍ਹਾ ਫੈਟੀ ਮੀਨਸ ਮੋਟਾ ਔਰ ਐਮੀਏਬਲ ਮੀਨਸ ਫਰੈਂਡਲੀ ਨੇਚਰ ਦਾ ਹੁੰਦਾ। ਉਹ ਵੀ ਹੱਸਣਾ ਸ਼ੁਰੂ ਕਰ ਦਿੰਦਾ ਬਟ ਆਲਮੋਸਟ ਇਮੀਡੀਏਟਲੀ ਹੀ ਟਰਨ ਸੀਰੀਅਸ ਐਂਡ ਟੈਪਿੰਗ ਦ ਲੈਟਰ ਔਨ ਹਿਸ ਡੈਸਕ। ਪਰ ਅਚਾਨਕ ਉਹ ਸੀਰੀਅਸ ਹੋ ਜਾਂਦਾ ਔਰ ਲੈਟਰ ਨੂੰ ਆਪਣੇ ਡੈਸਕ ਦੇ ਉੱਤੇ ਰੱਖਦਾ। ਕਮੈਂਟਡ ਵਟ ਫੇਥ ਆਈ ਵਿਸ਼ ਆਈ ਹੈਡ ਦ ਫੇਥ ਆਫ ਦ ਮੈਨ ਹੂ ਰੋਟ ਦਿਸ ਲੈਟਰ ਸਟਾਰਟਿੰਗ ਅਪ ਅ ਕੋਰਸਪੋਂਡੈਂਸ ਵਿਦ ਗੋਡ। ਉਹ ਕਹਿੰਦਾ ਕੀ ਵਿਸ਼ਵਾਸ ਹੈ ਉਸ ਇਨਸਾਨ ਨੇ ਭਗਵਾਨ ਨੂੰ ਲੈਟਰ ਹੀ ਲਿਖ ਦਿੱਤਾ। ਸੋ ਇਨ ਆਰਡਰ ਨਾਟ ਟੂ ਸ਼ੇਕ ਦ ਰਾਈਟਰਸ ਫੇਥ ਇਨ ਗੋਡ। ਉਹ ਕਹਿੰਦਾ ਮੈਂ ਚਾਹੁੰਦਾ ਕਿ ਉਸ ਇਨਸਾਨ ਦਾ ਵਿਸ਼ਵਾਸ ਭਗਵਾਨ ਦੇ ਉੱਪਰੋਂ ਨਾ ਟੁੱਟੇ। ਦ ਪੋਸਟ ਮਾਸਟਰ ਕੇਮ ਅਪ ਵਿਦ ਐਨ ਆਈਡੀਆ ਆਂਸਰ ਦ ਲੈਟਰ। ਤਾਂ ਪੋਸਟ ਮਾਸਟਰ ਨੂੰ ਇੱਕ ਆਈਡੀਆ ਆਉਂਦਾ ਹੈ ਕਿ ਉਹ ਇਸ ਲੈਟਰ ਦਾ ਜਵਾਬ ਦੇਵੇ। ਬਟ ਵੈਨ ਹੀ ਓਪਨਡ ਇਟ ਇਟ ਵਾਸ ਇਵੀਡੈਂਟ ਦੈਟ ਟੂ ਆਂਸਰ ਇਟ ਹੀ ਨੀਡਿਡ ਸਮਥਿੰਗ ਮੋਰ ਦੈਨ ਗੁੱਡਵਿਲ ਇੰਕ ਐਂਡ ਪੇਪਰ। ਜਦੋਂ ਉਹ ਲੈਟਰ ਨੂੰ ਪੜ੍ਹ ਕੇ ਦੇਖਦਾ ਤਾਂ ਪੋਸਟ ਮਾਸਟਰ ਨੂੰ ਪਤਾ ਚੱਲਦਾ ਹੈ ਕਿ ਉਸ ਲੈਟਰ ਦਾ ਆਨਸਰ ਦੇਣ ਦੇ ਲਈ ਇੱਕ ਚੰਗੀ ਭਾਵਨਾ ਗੁੱਡਵਿਲ ਦੇ ਮੀਨਿੰਗ ਹੁੰਦਾ ਚੰਗੀ ਭਾਵਨਾ ਇੰਕ ਔਰ ਪੇਪਰ ਤੋਂ ਇਲਾਵਾ ਕੁਝ ਹੋਰ ਵੀ ਚਾਹੀਦਾ ਹੈ। ਬਟ ਹੀ ਸਟਕ ਟੂ ਹਿਸ ਰੈਜ਼ੋਲਿਊਸ਼ਨ। ਪਰ ਇਹ ਸਭ ਜਾਣ ਕੇ ਵੀ ਉਹ ਸੋਚਦਾ ਕਿ ਮੈਂ ਜਵਾਬ ਜ਼ਰੂਰ ਦਊਂਗਾ। ਹੀ ਆਸਕਡ ਫॉर ਮਨੀ ਫਰੋਮ ਹਿਸ ਇੰਪਲੋਇਜ਼। ਉਹ ਆਪਣੇ ਨਾਲ ਦੇ ਇੰਪਲੋਇਜ਼ ਤੋਂ ਪੁੱਛਦਾ ਕਿ ਕੀ ਉਹ ਉਸਦੀ ਹੈਲਪ ਕਰਨਗੇ ਪੈਸੇ ਦੇਣਗੇ। ਹੀ ਹਿਮਸੈਲਫ ਗੇਵ ਪਾਰਟ ਆਫ ਹਿਸ ਸੈਲਰੀ। ਉਹ ਆਪਣੀ ਸੈਲਰੀ ਦਾ ਵੀ ਅੱਧਾ ਹਿੱਸਾ ਦੇ ਦਿੰਦਾ ਹੈ। ਐਂਡ ਸੈਵਰਲ ਫਰੈਂਡਸ ਆਫ ਹਿਸ ਵਰ ਓਬਲਾਈਗਡ ਟੂ ਗਿਵ ਸਮਥਿੰਗ ਫॉर ਐਨ ਐਕਟ ਆਫ ਚੈਰਿਟੀ। ਔਰ ਉਸਦੇ ਕੁਝ ਦੋਸਤ ਵੀ ਚੈਰਿਟੀ ਦੇ ਨਾਮ ਦੇ ਉੱਤੇ ਦਾਨ ਦੇਣ ਲਈ ਤਿਆਰ ਹੋ ਜਾਂਦੇ ਨੇ। ਇਟ ਵਾਸ ਇੰਪੋਸੀਬਲ ਫॉर ਹਿਮ ਟੂ ਗੈਦਰ ਟੂਗੈਦਰ ਦ 100 ਪੈਸੋਸ ਸੋ ਹੀ ਵਾਸ ਏਬਲ ਟੂ ਸੈਂਡ ਦ ਫਾਰਮਰ ਓਨਲੀ ਲਿਟਲ ਮੋਰ ਦੈਨ ਹਾਫ। ਇੱਕ ਇਕੱਲੇ ਆਦਮੀ ਦੇ ਲਈ 100 ਪੈਸੋਸ ਇਕੱਠਾ ਕਰਨਾ ਬਹੁਤ ਹੀ ਮੁਸ਼ਕਿਲ ਕੰਮ ਹੈ। ਇਸ ਲਈ ਉਹ ਜਿੰਨੇ ਵੀ ਪੈਸੇ ਇਕੱਠੇ ਹੁੰਦੇ ਨੇ ਉਹ ਸਾਰੇ 100 ਪੈਸੋਸ ਦੇ ਹਾਫ ਤੋਂ ਥੋੜ੍ਹੇ ਜਿਹੇ ਜ਼ਿਆਦਾ ਹੁੰਦੇ ਨੇ। ਉਹਨਾਂ ਪੈਸਿਆਂ ਨੂੰ ਇਕੱਠੇ ਕਰਦਾ ਅਤੇ ਉਸ ਫਾਰਮਰ ਨੂੰ ਭੇਜ ਦਿੰਦਾ। ਹੀ ਪੁੱਟ ਦ ਮਨੀ ਇਨ ਐਨ ਐਨਵਲਪ। ਉਹ ਉਸ ਮਨੀ ਨੂੰ ਐਨਵਲਪ ਦੇ ਅੰਦਰ ਪਾਉਂਦਾ। ਉਸ ਤੋਂ ਬਾਅਦ ਅਡਰੈਸ ਟੂ ਲੈਂਚੋ ਐਂਡ ਵਿਦ ਇਟ ਅ ਲੈਟਰ कंटेनिंग ओनली a single word as signature God। और उस पर लैंचो का एड्रेस लिख दिंदा और साइन कर दिंदा नीचे God। The following Sunday लैंचो came a bit earlier than usual to ask if there was a letter for him। और अगले संडे लैंचो बहुत जल्दी पोस्ट ऑफिस आ जाता है और आके पूछता है कि उस लिए कोई लैटर आया है। इट वॉज द पोस्टमैन हिमसैल्फ हू हैंडेड द लैटर टू हिम। पोस्टमैन उसनों अपने हत्थां नाल लैटर फड़ा दिंदा while the postmaster experiencing the contentment of a man who has performed a good deed। पर ਜਿਹੜਾ पोस्टमाster है वो थोड़ा खुश जिहा महसूस करता है क्योंकि उन्हें लगता है कि उसने हाँ इंसानियत निभाई है। लुकड ऑन फ्रॉम हिस ऑफिस। और वो लैंचो वाल देखता रहता है अपने ऑफिस ਦੇ ਵਿੱਚ बैठ के। लैंचो शोड नॉट द स्लाइटेस्ट सरप्राइज। पर लैंचो ਸਰਪ੍ਰਾਈਜ਼ ਬਿਲਕੁਲ ਨਹੀਂ ਹੁੰਦਾ ਔਨ ਸੀਇੰਗ ਦ ਮਨੀ। ਜਦੋਂ ਉਹ ਪੈਸੇ ਦੇਖਦਾ ਤਾਂ ਉਹ ਬਿਲਕੁਲ ਵੀ ਸਰਪ੍ਰਾਈਜ਼ ਨਹੀਂ ਹੁੰਦਾ। ਸੱਚ ਵਾਜ ਇਜ਼ ਕੌਨਫੀਡੈਂਸ ਕਿਉਂਕਿ ਉਸਨੂੰ ਵਿਸ਼ਵਾਸ ਹੁੰਦਾ ਕਿ ਉਸਨੂੰ ਪੈਸੇ ਜ਼ਰੂਰ ਮਿਲਣਗੇ। ਬਟ ਹੀ ਬਿਕੇਮ ਐਂਗਰੀ ਵੈਨ ਹੀ ਕਾਊਂਟਡ ਦ ਮਨੀ। ਪਰ ਜਦੋਂ ਉਹ ਪੈਸੇ ਮਤਲਬ ਕਿ ਗਿਣ ਲੈਂਦਾ ਤਾਂ ਉਹ ਥੋੜ੍ਹਾ ਜਿਹਾ ਗੁੱਸਾ ਹੋ ਜਾਂਦਾ। ਗੋਡ ਕੁਡ ਨਾਟ ਹੈਵ ਮੇਡ ਅ ਮਿਸਟੇਕ। ਉਹ ਕਹਿੰਦਾ ਕਿ ਰੱਬ ਕਦੇ ਗਲਤੀ ਤਾਂ ਕਰ ਨਹੀਂ ਸਕਦਾ। nor could he have denied Lancho what he had requested। ਉਹ ਕਹਿੰਦਾ ਨਾ ਹੀ ਰੱਬ ਮੈਨੂੰ ਮਨਾ ਕਰੇਗਾ ਪੈਸਾ ਦੇਣ ਤੋਂ। Immediately Lancho went up to the window to ask for paper and ink। ਉਸ ਤੋਂ ਬਾਅਦ ਲੈਂਚੋ ਵਿੰਡੋ ਦੇ ਕੋਲ ਜਾਂਦਾ ਔਰ ਉੱਥੇ ਜਾ ਕੇ ਪੇਪਰ ਔਰ ਇੰਕ ਮੰਗਦਾ। On the public writing table he started to write with much wrinkling of his brow caused by the effort he had to make to express his ideas। wrinkling of his brow ਦਾ ਉਰੇ ਇਸ ਲਈ ਯੂਜ਼ ਕੀਤਾ ਗਿਆ ਕਿਉਂਕਿ ਉਹ ਬਹੁਤ ਜ਼ਿਆਦਾ ਡੂੰਘਾ ਸੋਚ ਕੇ ਕੁਝ ਲਿਖਣ ਬਾਰੇ ਸੋਚਦਾ। When he finished he went to the window to buy a stamp which he licked and then affixed to the envelope with a blow of his fist। ਉਹ ਉਸ ਤੋਂ ਬਾਅਦ ਵਿੰਡੋ ਦੇ ਕੋਲ ਜਾਂਦਾ ਉੱਥੋਂ ਇੱਕ ਸਟੈਂਪ ਖਰੀਦਦਾ ਔਰ ਉਸ 'ਤੇ ਥੁੱਕ ਲਗਾ ਕੇ ਉਸਨੂੰ ਐਨਵਲਪ ਦੇ ਉੱਤੇ ਚਿਪਕਾਉਣ ਦੀ ਕੋਸ਼ਿਸ਼ ਕਰਦਾ ਔਰ ਉਸ ਤੋਂ ਬਾਅਦ ਉਹ ਮੁੱਕਾ ਮਾਰਦਾ ਤਾਂ ਕਿ ਜੋ ਸਟੈਂਪ ਹੈ ਉਹ ਚੰਗੀ ਤਰ੍ਹਾਂ ਨਾਲ ਚਿਪਕ ਜਾਵੇ।
द मोमेंट द लैटर फैल इनटू द मेल बॉक्स, और जदों ਉਹ ਇਹ ਕੰਮ ਕਰ ਲੈਂਦਾ ਉਸ ਤੋਂ ਬਾਅਦ ਉਹ ਮੇਲ ਬਾਕਸ ਦੇ ਵਿੱਚ ਲੈਟਰ ਪਾ ਦਿੰਦਾ ਹੈ। ਦ ਪੋਸਟ ਮਾਸਟਰ ਵੈਂਟ ਟੂ ਓਪਨ ਇਟ, ਔਰ ਜਦੋਂ ਉਹ ਲੈਟਰ ਵਿੱਚ ਪਾ ਦਿੰਦਾ ਤਾਂ ਪੋਸਟ ਮਾਸਟਰ ਉੱਥੇ ਜਲਦੀ ਜਲਦੀ ਜਾਂਦਾ ਔਰ ਉਸ ਲੈਟਰ ਨੂੰ ਖੋਲ੍ਹਦਾ। ਇਟ ਸੈਡ ਗੋਡ ਆਫ ਦ ਮਨੀ ਦੈਟ ਆਈ ਆਸਕਡ ਵਾਸ ਓਨਲੀ 70 ਪੈਸਸ ਜੀਜ਼ਡ ਮੀ। ਉਸ ਦੇ ਵਿੱਚ ਲਿਖਿਆ ਹੁੰਦਾ, ਭਗਵਾਨ ਜਿੰਨੇ ਪੈਸੇ ਮੈਂ ਤੇਰੇ ਤੋਂ ਮੰਗੇ ਸੀ ਉਹਨਾਂ ਦੇ ਵਿੱਚੋਂ ਸਿਰਫ 70 ਪੈਸਸ ਹੀ ਮੇਰੇ ਕੋਲ ਪਹੁੰਚੇ ਨੇ। ਸੈਂਡ ਮੀ ਦਾ ਰੈਸਟ, ਉਹ ਕਹਿੰਦਾ ਜਿੰਨੇ ਬਾਕੀ ਰਹਿ ਗਏ ਨੇ ਦੈਟ ਇਜ਼ ਦ 30 ਪੈਸਸ, ਉਹ ਵੀ ਮੈਨੂੰ ਜਲਦੀ ਤੋਂ ਜਲਦੀ ਭੇਜ ਦੇ। ਸਿੰਸ ਆਈ ਨੀਡ ਇਟ ਵੈਰੀ ਮਚ, ਕਿਉਂਕਿ ਮੈਨੂੰ ਇਹਨਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਬਟ ਡੋਂਟ ਸੈਂਡ ਇਟ ਟੂ ਮੀ ਥਰੂ ਦ ਮੇਲ ਬਿਕੋਜ਼ ਦ ਪੋਸਟ ਆਫਿਸ ਇੰਪਲੋਇਜ਼ ਆਰ ਅ ਬੰਚ ਆਫ ਕਰੂਕਸ ਲੈਂਚੋ, ਕਿਉਂਕਿ ਉਹ ਉਸ ਤੋਂ ਬਾਅਦ ਕਹਿੰਦਾ ਕਿ ਤੂੰ ਮੈਨੂੰ ਇਸ ਵਾਰ ਮੇਲ ਨਾ ਕਰੀ, ਲੈਟਰ ਦੇ ਥਰੂ ਪੈਸੇ ਨਾ ਭੇਜੀ, ਠੀਕ ਹੈ, ਕਿਉਂਕਿ ਮੈਨੂੰ ਲੱਗਦਾ ਹੈ ਕਿ ਜਿਹੜੇ ਪੋਸਟ ਆਫਿਸ ਦੇ ਇੰਪਲੋਇਜ਼ ਨੇ ਜੋ ਇੱਥੇ ਕੰਮ ਕਰਦੇ ਨੇ ਉਹ ਸਾਰੇ ਬੇਈਮਾਨ ਲੋਕ ਨੇ। ਨੀਚੇ ਉਹ ਲਿਖ ਦਿੰਦਾ ਲੈਂਚੋ। ਥੈਂਕ ਯੂ ਫॉर watching my video. Please hit the like button and subscribe my channel for the new videos. Thank you so much.